ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਪਹਿਲਾਂ ਆਪ ਜੀ ਨੇ ਸਰਵਣ ਕੀਤਾ ਹੈ ਪਹਿਲੀ ਪੌੜੀ। ਮੂਲ ਮੰਤਰ ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪੋ ਆਦਿ ਸੱਚ ਜੁਗਾਦ ਸੱਚ, ਹੈ ਭੀ ਸੱਚ ਨਾਨਕ ਹੋਸੀ ਵੀ ਸੱਚ। ਫਿਰ ਸ਼ਬਦ ਕੀਰਤਨ ਵਿਆਖਿਆ ਸਹਿਤ ਆਪ ਜੀ ਨੇ ਸਰਵਣ ਕੀਤਾ ਹੈ। ਨਾਲ ਹੀ ਸੋਚੈ ਸੋਚ ਨ ਹੋਵਈ, ਜੇ ਸੋਚੀ ਲੱਖ ਵਾਰ ਪਹਿਲੀ ਪੌੜੀ। ਅੱਜ ਦੂਜੀ ਪੌੜੀ ਪਵਿੱਤਰ ਗੁਰਬਾਣੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿੱਚੋਂ ਦਾਸਰਾ ਪੜ੍ਹਨ ਲੱਗਾ ਹੈ। ਹੋ ਸਕਦਾ ਹੈ ਸਤਿਗੁਰਾਂ ਦਾ ਹੁਕਮ ਕੋਈ ਮਨ ਤੇ ਵਸ ਜਾਵੇ, ਕਿਉਂਕਿ ਮਨ ਵਿੱਚ ਬੜੇ ਸੰਸ਼ੇ ਹੋ ਜਾਂਦੇ ਹਨ। ਇਹ ਐਡੀ ਵੱਡੀ ਰਚਨਾ ਕਿਸ ਨੇ ਰਚਾਈ ਹੈ? ਇਹ ਸ਼ਕਲਾਂ ਸੂਰਤਾਂ ਮੂਰਤਾਂ, ਇਹ ਜੋ ਕੁਝ ਵੀ ਨਜ਼ਰ ਆ ਰਿਹਾ ਹੈ, ਇਹ ਕਿਵੇਂ ਬਣ ਰਿਹਾ ਹੈ? ਇਹ ਕਿਵੇਂ ਦਿਸ ਰਿਹਾ ਹੈ? ਕੋਈ ਆਂਡਿਆਂ ਤੋਂ ਹਨ, ਕੋਈ ਜੇਰ ਤੋਂ ਹਨ, ਕੋਈ ਮੈਲ ਪਸੀਨੇ ਤੋਂ ਹਨ, ਕੋਈ ਦਰਖਤਾਂ ਤੋਂ ਹਨ, ਫਲ ਫਰੂਟਾਂ ਤੋਂ ਹਨ, ਫਲ ਬੂਟਿਆਂ ਤੋਂ ਹਨ, ਫੁੱਲਾਂ ਤੋਂ ਹਨ, ਜੰਗਲ ਭਰੇ ਪਏ ਹਨ। ਅੰਡਜ ਜੇਰਜ ਉਤ ਭੁਜ ਸੇਤਜ ਸਭ ਤੇਰੇ ਕੀਤੇ ਜਨਤਾ। ਇਹ ਸਾਰੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਜੀਆ ਜੰਤ ਹਨ। ਪੱਤੇ ਵੀ ਹਿੱਲਦੇ ਹਨ, ਉਹਨਾਂ ਨੂੰ ਹਵਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਰਹੇ ਹਨ। ਕੋਈ ਮਿੱਟੀ ਵਿੱਚ ਮਿੱਟੀ ਖਾ ਰਿਹਾ ਹੈ। ਚਾਰ ਖਾਣੀਆਂ ਹਨ, ਸਤਿਗੁਰੂ ਜੀ ਦੇ ਹੁਕਮ ਹਨ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਾਰੇ ਖਾਣੀ, ਚਾਰੇ ਬਾਣੀ, ਚੌਪੜ ਕੀਤੇ ਚਾਰ ਜੁਗਾ। ਮਨ ਜੋੜੋ ਹੁਕਮ ਨ ਕਹੇ ਆ ਜਾਈ, 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 ਹੁਕਮ ਨ ਕਹੇ ਆ ਜਾਈ। ਦੂਜੀ ਪੌੜੀ ਵਿੱਚ ਸਤਿਗੁਰੂ ਜੀ ਹੁਕਮ ਕਰਦੇ ਹਨ। ਇਹ ਜੋ ਕੁਝ ਵੀ ਦਿਸ ਰਿਹਾ ਹੈ, ਰੰਗ ਬਰੰਗਾ ਸੰਸਾਰ, ਸ਼ਕਲਾਂ, ਕਈ ਤਰ੍ਹਾਂ ਦੇ ਜੀ ਜੰਤ ਹਨ, ਉਹਨਾਂ ਦੇ ਵੱਖ-ਵੱਖ ਸਰੀਰ ਹਨ। ਅਸੀਂ ਮਾਨਸ ਹਾਂ, ਬੰਦੇ ਹਾਂ। ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਾਂ ਦੀ ਕੁੱਖ ਵਿੱਚ 9-10 ਮਹੀਨੇ ਰੱਖ ਕੇ ਇਹ ਸਾਡੀ ਰਚਨਾ ਕੀਤੀ ਹੈ। ਫਲ ਬੂਟੇ ਹਨ, ਪੱਤਰ ਹਨ, ਨਿੱਕੇ ਨਿੱਕੇ ਜੀ ਜੰਤ ਹਨ। ਇਹ ਜੋ ਕੁਝ ਵੀ ਜੰਗਲ ਆਦਿ, ਖੇਤੀਆਂ, ਫਲ ਫਰੂਟ, ਸਾਗ ਪੱਤਾ, ਜੋ ਕੁਝ ਵੀ ਦਿਸ ਰਿਹਾ ਹੈ, 42 ਲੱਖ ਜੂਨ ਜਲ ਵਿੱਚ ਦਿਸ ਰਹੀ ਹੈ, ਇਹ ਸਭ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ, ਆਗਿਆ ਅਨੁਸਾਰ, ਉਹਨਾਂ ਦੇ ਹੁਕਮ ਨਾਲ ਇਹਨਾਂ ਨੂੰ ਆਕਾਰ ਮਿਲਦੇ ਹਨ, ਇਹਨਾਂ ਨੂੰ ਸ਼ਕਲ ਮਿਲਦੀ ਹੈ, ਸੂਰਤ ਮਿਲਦੀ ਹੈ। ਤਾਂ ਅਸੀਂ ਦੇਖ ਰਹੇ ਹਾਂ ਦੁਨੀਆ 'ਤੇ ਵੱਖ-ਵੱਖ ਸ਼ਕਲਾਂ, ਸੂਰਤਾਂ, ਵੱਖ-ਵੱਖ ਰੂਪਾਂ ਰੰਗਾਂ ਨੂੰ। ਹੁਕਮੀ ਹੋਵਨ ਆਕਾਰ, ਹੁਕਮੀ ਹੋਵਨ ਆਕਾਰ। ਆਕਾਰ ਜਿੰਨੇ ਸਰੂਪ ਹਨ, ਸ਼ਕਲਾਂ ਹਨ। ਹੁਕਮੀ ਹੋਵਨ ਆਕਾਰ, ਹੁਕਮੀ ਹੋਵਨ ਆਕਾਰ।
ਇਹ ਸਾਰੇ ਅਕਾਲ ਪੁਰਖ ਜੀ ਦੇ ਹੁਕਮ ਅਨੁਸਾਰ ਆਕਾਰ ਬਣ ਰਹੇ ਹਨ। ਨਹੀਂ ਤਾਂ ਪਹਿਲੇ ਸੰਸਾਰ ਸਾਰਾ ਸੁੰਨ ਮੁੰਨ ਸੀ, ਖਾਲੀ ਸੀ। ਮਾਲਿਕ ਨੇ ਸਾਰੀ ਰਚਨਾ ਆਪ ਹੀ ਬਣਾਈ ਹੈ। ਸਾਧੋ ਰਚਨਾ ਰਾਮ ਬਣਾਈ। ਉਹਨਾਂ ਦੇ ਹੁਕਮ ਨੂੰ ਕੋਈ ਬੁੱਝ ਨਹੀਂ ਸਕਦਾ, ਸਮਝ ਨਹੀਂ ਸਕਦਾ। ਉਹਨਾਂ ਨੇ ਕਿਹੜੇ ਵੇਲੇ ਕਿਹੜਾ ਹੁਕਮ ਕਰ ਦੇਣਾ ਹੈ। ਅਕਾਲ ਪੁਰਖ ਜੀ ਨੇ। ਵੱਡੇ ਬਾਬਾ ਜੀ ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਰਮਾ ਰਹੇ ਹਨ ਦੂਜੀ ਪੌੜੀ ਦੇ ਵਿੱਚ, ਹੁਕਮ ਨ ਕਹੇ ਆ ਜਾਈ, ਹੁਕਮ ਨ ਕਹੇ ਆ ਜਾਈ, ਹੁਕਮ ਨ ਕਹੇ ਆ ਜਾਈ, ਹੁਕਮ ਨ ਕਹੇ ਆ ਜਾਈ। ਜਿੰਨੀਆਂ ਸ਼ਕਲਾਂ ਸੂਰਤਾਂ ਆਪਾਂ ਦੇਖ ਰਹੇ ਹਾਂ, ਫਲ ਫਰੂਟ, ਜੰਗਲ ਪੱਤੇ, ਨਾਨਾ ਪ੍ਰਕਾਰ ਦੇ ਵੱਖ-ਵੱਖ ਤਰ੍ਹਾਂ ਦੇ ਜੀ ਜੰਤ, ਇਹ ਸਭ ਮਾਲਿਕ ਦੇ ਹੁਕਮ ਅਨੁਸਾਰ ਬਣੇ ਹਨ। ਇਹਨਾਂ ਨੂੰ ਬਣਾਉਣ ਵਾਲੇ, ਪੈਦਾ ਕਰਨ ਵਾਲੇ ਵਾਹਿਗੁਰੂ ਜੀ ਹਨ। ਜੇ ਕੋਈ ਕਵੇ ਕਿ ਮੈਂ ਉਹਨਾਂ ਦਾ ਹੁਕਮ ਦੱਸ ਸਕਦਾ ਹਾਂ, ਕਥਨ ਕਰ ਸਕਦਾ ਹਾਂ, ਸਤਿਗੁਰੂ ਜੀ ਫਰਮਾਉਂਦੇ ਹਨ, ਹੁਕਮ ਨ ਕਹੇ ਆ ਜਾਈ, ਹੁਕਮ ਨ ਕਹੇ ਆ ਜਾਈ, ਹੁਕਮ ਨ ਕਹੇ ਆ ਜਾਈ। ਅਕਾਲ ਪੁਰਖ ਜੀ ਦਾ ਹੁਕਮ ਕਿਹਾ ਨਹੀਂ ਜਾ ਸਕਦਾ, ਕੋਈ ਨਹੀਂ ਕਹਿ ਸਕਦਾ। ਹੁਣ ਅੱਗੋਂ ਦੂਸਰੀ ਲਾਈਨ ਦੇ ਵਿੱਚ, ਦੂਜੀ ਪੌੜੀ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਲਾਈਨ ਦੂਜੀ ਹੈ, ਆ ਜਿੰਨੇ ਜੀ ਜੰਤ ਹਨ ਜੋ ਦੁਨੀਆ ਤੇ ਪੈਦਾ ਹੋਏ ਹੋਏ ਹਨ, ਅੰਤ ਕੋਈ ਨਹੀਂ ਜੀ ਜੰਤਾਂ ਦਾ। ਸਾਡੇ ਘਰਾਂ ਪਰਿਵਾਰਾਂ 'ਚ ਵੀ ਜੀ ਜੰਤ ਹਨ, ਹੋਰ ਵੀ ਨਿੱਕੇ ਨਿੱਕੇ ਜੀ ਜੰਤ ਕਿਰਮ, ਅੰਤ ਕੋਈ ਨਹੀਂ, ਦੱਸਿਆ ਨਹੀਂ ਜਾ ਸਕਦਾ। ਕਿੰਨਾ ਪਸਾਰਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ। ਹੁਕਮੀ ਹੋਵਨ ਆਕਾਰ, ਹੁਕਮ ਨ ਕਹੇ ਆ ਜਾਈ, ਹੁਕਮੀ ਹੋਵਨ ਜੀਆ। ਜਿੰਨੇ ਜੀ ਹੁੰਦੇ ਹਨ ਇਹ ਸਾਰੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਪੈਦਾ ਹੁੰਦੇ ਹਨ। ਹੁਕਮੀ ਹੋਵਨ ਜੀਆ, ਹੁਕਮ ਮਿਲੈ ਵਡਿਆਈ, ਹੁਕਮੀ ਹੋਵਨ ਜੀਆ, ਹੁਕਮ ਮਿਲੈ ਵਡਿਆਈ। ਹੁਕਮ ਅਨੁਸਾਰ ਸਾਰੇ ਜੀਆਂ ਦਾ ਜਨਮ ਹੋਇਆ ਹੈ ਤੇ ਵਡਿਆਈ ਵੀ ਵਾਹਿਗੁਰੂ ਦੇ ਦਰ ਤੇ ਉਹਨਾਂ ਨੂੰ ਮਿਲਦੀ ਹੈ ਜਿਹੜੇ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਰਹਿੰਦੇ ਹਨ। ਉਹਨਾਂ ਜੀਆਂ ਵਿੱਚ ਅਸੀਂ ਵੀ ਆ ਜਾਂਦੇ ਹਾਂ, ਸਾਡਾ ਜਨਮ ਵੀ ਆ ਜਾਂਦਾ ਹੈ। ਮਾਨਸ ਜਨਮ, ਜਿਸ ਨੂੰ ਬੰਦਾ ਕਿਹਾ ਜਾਂਦਾ ਹੈ, ਮਾਨਸ ਕਿਹਾ ਜਾਂਦਾ ਹੈ। ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ, ਦਸਮੇਸ਼ ਪਿਤਾ ਜੀ। ਹੁਕਮੀ ਹੋਵਨ ਜੀਆ, ਇਹ ਜਿੰਨੇ ਜੀ ਹਨ ਸਭ ਹੁਕਮ ਅਨੁਸਾਰ ਪੈਦਾ ਹੋਏ ਹਨ। ਹੁਕਮ ਹੈ ਉਸ ਵਾਹਿਗੁਰੂ ਜੀ ਦਾ। ਹੁਕਮ ਮਿਲੈ ਵਡਿਆਈ, ਹੁਕਮ ਮਿਲੈ ਵਡਿਆਈ। ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਦੁਨੀਆ ਵਿੱਚ ਵਡਿਆਈਆਂ ਮਿਲਦੀਆਂ ਹਨ। ਜੇ ਨਾਮ ਜਪਦਾ ਹੈ, ਗੁਰਬਾਣੀ ਪੜ੍ਹਦਾ ਹੈ, ਸਿਮਰਨ ਕਰਦਾ ਹੈ, ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਤਾਂ ਦਰਗਾਹ ਦੇ ਵਿੱਚ ਵੀ ਵਡਿਆਈ ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਹੀ ਮਿਲਦੀ ਹੈ। ਵਾਹਿਗੁਰੂ ਜੀ ਦੇ ਹੁਕਮ ਅਨੁਸਾਰ ਹੀ ਸੋਭਾ ਮਿਲਦੀ ਹੈ। ਤਾਤੇ ਨਾਮ ਜਪੀਏ, ਸਿਮਰਨ ਕਰੀਏ, ਅਸੀਂ ਵੀ ਜੀ ਹਾਂ ਉਸ ਵਾਹਿਗੁਰੂ ਜੀ ਦੇ ਪੈਦਾ ਕੀਤੇ ਹੋਏ। ਅੱਗੋਂ ਤੀਸਰੀ ਲਾਈਨ ਦੇ ਵਿੱਚ ਹੁਕਮ ਕਰਦੇ ਹਨ ਸਤਿਗੁਰੂ ਜੀ, ਹੁਕਮੀ ਉੱਤਮ ਨੀਚ, ਹੁਕਮੀ
उत्तम नीच। कई बारी बंदा बड़े उत्तम कर्म करता है, चंगे कर्म करता है, बड़ी शोभा पाउंदा है। कई बारी नीच कर्म करता है, बड़ा भैड़ा बन जाता है। ਹੁਣ ਮਨ ਵਿੱਚ ਕਈ ਸੰਸ਼ੇ ਆਉਂਦੇ ਹਨ, ਇਹ ਕਿਵੇਂ ਹੋ ਗਿਆ, ਅਸੀਂ ਭੈੜੇ ਮਾੜੇ ਕਿਵੇਂ ਬਣ ਗਏ। ਆਪੋ ਆਪਣੇ ਕਰਮਾਂ ਦੇ ਅਨੁਸਾਰ, ਕਿਉਂਕਿ ਜੋ ਕਰਮ ਬੰਦਾ ਚੰਗੇ ਕਰੇਗਾ, ਮਤ ਨੂੰ ਉੱਚੀ ਰੱਖੇਗਾ, ਉਹ ਉੱਤਮ ਹੋ ਜਾਵੇਗਾ। ਤੇ ਜੇ ਮਤ ਨੀਵੀਂ ਹੋ ਗਈ, ਭੈੜੇ ਕੰਮਾਂ ਵੱਲ ਪੈ ਗਿਆ, ਮਾੜੇ ਕੰਮਾਂ ਵੱਲ ਪੈ ਗਿਆ, ਬੁਰਿਆਂ ਰਾਹਾਂ ਤੇ ਤੁਰ ਪਿਆ। ਕਿਉਂਕਿ ਮਾਨਸ ਜਨਮ ਨੂੰ ਸਾਰਾ ਪਤਾ ਹੈ, ਚੰਗਾ ਕੀ ਹੈ ਮਾੜਾ ਕੀ ਹੈ। ਇਹਦੇ ਹੱਥ ਵਿੱਚ ਦੀਵਾ ਹੈ, ਹਾਥ ਦੀਪ ਕੂਐਂ ਪਰੇ। ਹੱਥ ਵਿੱਚ ਦੀਵਾ ਹੈ ਗਿਆਨ ਦਾ, ਤਾਂ ਵੀ ਖੂਹ ਵਿੱਚ ਬਾਰ-ਬਾਰ ਡਿੱਗਦਾ ਹੈ, ਭੈੜੇ ਕੰਮਾਂ ਵਾਸਤੇ, ਬੁਰਿਆਈਆਂ ਵਾਸਤੇ, ਬੁਰੇ ਕੰਮਾਂ ਵਾਸਤੇ। ਬਾਰ-ਬਾਰ ਜੀਭਾਂ ਨਾਲ ਕੂੜ ਬੋਲਦਾ ਹੈ, ਝੂਠ ਬੋਲਦਾ ਹੈ, ਬਾਰ-ਬਾਰ ਕੰਨਾਂ ਨਾਲ ਨਿੰਦਿਆ ਸੁਣਦਾ ਹੈ, ਬਾਰ-ਬਾਰ ਜੀਭਾਂ ਦੇ ਨਾਲ ਨਿੰਦਾ ਕਰਦਾ ਹੈ, ਦੂਜਿਆਂ ਦਾ ਬੁਰਾ ਮਨ ਵਿੱਚ ਚਿਤਵਦਾ ਹੈ, ਨੀਚ ਬਣ ਜਾਂਦਾ ਹੈ, ਨੀਚ ਸੋਚਾਂ ਸੋਚ ਕੇ। ਤਾਈਓਂ ਤੇ ਗੁਰੂ ਦੀ ਲੋੜ ਹੈ। ਜਿਵੇਂ ਮਾਂ ਤੇ ਪਿਓ ਬੱਚੇ ਨੂੰ ਸੰਭਾਲ ਕੇ ਰੱਖਦੇ ਹਨ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ, ਤਿਵੇਂ ਗੁਰੂ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਵੇਲੇ ਸਾਨੂੰ ਸੰਭਾਲ ਕੇ ਰੱਖਦੇ ਹਨ, ਮਾਂ ਤੇ ਪਿਓ ਵਾਂਗੂ। ਤਾਈਓਂ ਤੇ ਅਰਦਾਸ ਕਰੀਦੀ ਹੈ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਸਤਿਗੁਰੂ ਜੀ ਕਿਰਪਾ ਕਰੋ। ਹੁਕਮੀ ਉੱਤਮ ਨੀਚ। ਹੁਕਮ ਅਨੁਸਾਰ ਬੰਦਾ ਉੱਤਮ ਹੋ ਜਾਂਦਾ ਹੈ, ਨੀਚ ਹੋ ਜਾਂਦਾ ਹੈ। ਪਰ ਮਾਨਸ ਜਨਮ ਵਿੱਚ ਅਰਦਾਸ ਕਰਨੀ ਪੈਂਦੀ ਹੈ, ਸਤਿਗੁਰੂ ਜੀ ਸਾਡੀ ਮੱਤ ਜਿਹੜੀ ਹੈ ਉੱਤਮ ਰੱਖਣਾ, ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣਾ। ਐਵੇਂ ਨਹੀਂ ਗੁਰਦੁਆਰਾ ਸਾਹਿਬ ਦੇ ਵਿੱਚ, ਸੱਚਖੰਡ ਦਰਬਾਰ ਸਾਹਿਬ ਜੀ ਦੇ ਵਿੱਚ ਹਰ ਵੇਲੇ ਐਵਰੀਵੇਅਰ ਹਰ ਪਾਸੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਇਹੋ ਕਹੀਦਾ, ਸਤਿਗੁਰੂ ਜੀ ਉਹ ਕਰਮ ਕਰਵਾਇਓ ਜੋ ਚੰਗੇ ਲੱਗਣ ਆਪ ਜੀ ਨੂੰ, ਉਹ ਕੰਮ ਨਾ ਕਰਵਾਵਣੇ ਜੋ ਨਾ ਚੰਗੇ ਲੱਗਣ ਆਪ ਜੀ ਨੂੰ। ਨੀਚਾਂ ਵਿੱਚ ਸਾਡੀ ਇਹ ਮੱਤ ਨਾ ਚਲੀ ਜਾਵੇ, ਨੀਚ ਕੰਮਾਂ ਵਿੱਚ। ਉਂਝ ਹੁਕਮੀ ਉੱਤਮ ਨੀਚ। ਹੁਕਮੀ ਉੱਤਮ ਨੀਚ। ਹੁਕਮ ਲਿਖ ਦੁੱਖ ਸੁਖ ਪਾਈਐ ਹੈ, ਹੁਕਮ ਲਿਖ ਦੁੱਖ ਸੁਖ ਪਾਈਐ ਹੈ। ਵਾਹਿਗੁਰੂ ਦੇ ਹੁਕਮ ਅਨੁਸਾਰ, ਅਕਾਲ ਪੁਰਖ ਜੀ ਦੇ ਹੁਕਮ ਅਨੁਸਾਰ ਜੋ ਦੁੱਖ ਤੇ ਸੁੱਖ ਜ਼ਿੰਦਗੀ ਦੇ ਵਿੱਚ ਲਿਖੇ ਹੋਏ ਹਨ, ਮੱਥੇ ਵਿੱਚ ਮਾਥੈ ਜੋ ਧੁਰ ਲਿਖਿਆ ਸੋ ਮੇਟ ਨਾ ਸਾਕੈ ਕੋਇ, ਉਹਨਾਂ ਵਿੱਚ ਕੋਈ ਤਬਦੀਲੀ ਨਹੀਂ ਆ ਸਕਦੀ ਬਿਨਾਂ ਸਤਿਗੁਰੂ ਜੀ ਤੋਂ। ਸਤਿਗੁਰੂ ਉਹਨਾਂ ਨੂੰ ਤਬਦੀਲ ਕਰ ਸਕਦੇ ਹਨ। ਇਸੇ ਕਰਕੇ ਸਤਿਗੁਰਾਂ ਦੇ ਲੜ ਲੱਗੀਦਾ ਹੈ। ਜੇ ਸਤਿਗੁਰਾਂ ਦਾ ਵੀ ਅੰਚਲ ਨਾ ਪਕੜੇ, ਪੱਲਾ ਨਾ ਪਕੜੇ, ਤਾਂ ਜੋ ਕੁਝ ਜ਼ਿੰਦਗੀ ਵਿੱਚ ਦੁੱਖ ਸੁੱਖ ਲਿਖੇ ਪਏ ਹਨ, ਉਹਨਾਂ ਵਿੱਚ ਰਤਾ ਭਰ ਵੀ ਤਬਦੀਲੀ ਨਹੀਂ ਆਉਂਦੀ, ਬਦਲਾਅ ਨਹੀਂ ਆਉਂਦਾ। ਐਵੇਂ ਨਹੀਂ ਗੁਰੂ ਘਰ ਜਾਈਦਾ, ਸਾਧ ਸੰਗਤ ਵਿੱਚ ਜਾਈਦਾ, ਅਰਦਾਸ ਕਰੀਦੀ, ਸਤਿਗੁਰੂ ਜੀ ਸਾਡੇ ਜੇ ਕੋਈ ਪਿਛਲੇ ਜਨਮ ਦੇ ਮਾੜੇ ਕਰਮ ਹਨ, ਕਿਰਪਾ ਕਰੋ ਛੇਵੇਂ ਪਾਤਸ਼ਾਹ ਜੀ ਵਾਂਗੂ। ਸਤਿਗੁਰੂ ਜੀ ਜੇ ਨਹੀਂ ਕਰਮਾਂ 'ਚ ਲਿਖਿਆ ਤੇ ਤੁਸੀਂ ਲਿਖ ਦਿਓ, ਗੁਰੂ ਸਮਰੱਥ ਹਨ। ਨਹੀਂ ਤਾਂ ਜੇ ਗੁਰੂ ਤੋਂ ਦੂਰ ਹਾਂ, ਫਿਰ ਉੱਤਮ ਕਰਮ ਕਰਨ ਵਾਲੇ ਉੱਤਮ ਕਰਦੇ ਹਨ, ਨੀਚ ਕਰਮ ਕਰਨ ਵਾਲੇ ਨੀਚ ਹੀ ਕਰੀ ਜਾਂਦੇ ਹਨ। ਤੇ ਦੁੱਖ ਜਿਹੜੇ ਹਨ, ਜੋ ਦੁੱਖ ਸੁੱਖ ਹੈ ਭੋਗਦੇ ਰਹਿੰਦੇ ਹਨ, ਕਦੀ ਦੁੱਖ ਕਦੀ ਸੁੱਖ, ਇਹ ਕੱਪੜੇ ਪਾਉਂਦੇ ਰਹਿੰਦੇ ਹਨ। ਹੁਕਮ ਲਿਖ ਦੁੱਖ ਸੁੱਖ ਪਾਈਐ ਹੈ, ਹੁਕਮ ਲਿਖ
दुख सुख पाइए है। हुकम न कहया जाई, हुकम न कहया जाई। हुक्मी होवन आकार, हुक्मी होवन आकार। हुक्म न कहया जाई, हुक्म न कहया जाई, हुक्म न कहया जाई। गुरु लड़ लगिया, गुरु साहब जी दा हुक्म मन्निया, मत बच जाती है नीच पासे जाण तो। सेवा करदियां करदियां मन नीवा हो जाता है, मत उच्ची हो जाती है। गुरु तो दूर होया, गुरु दे बचन ना मनन करके मत नीवी बन जाती है, नीच कर्मां विच उलझ जाती है। जदों नीच कर्मां विच ये बंदा पिया रहे, फिर जिंदगी विच दुख सुख गल पै रहिंदे हन, ये लैंदे नहीं। होया किसी वेले सुख आ गया, फिर दुख आ गया, फिर दुख आ गया, फिर दुख आ गया। दुखां विच ही जिहड़े 4 दिन मिले हन, 100 को साल ये निभा के चला जाता है। सतगुरु जी हुक्म करते हैं, अपने गुरु दे नाल जुड़ के रहो, गुरु दा कहा मनो, ताकि ये मत जिहड़ी है उत्तम रवे। अरदास करो, उत्तम मत मेरे हृदय तो आओ, फिर दुख दूर हो जाते हैं। दुख बिन से सहसा गयो, आ जिहड़ा संसा है दुखां दा दूर हो जाता है। दुख बिन से सहसा गयो, सरन गही हर राय। मन चिंदे फल पाया, नानक हर गुण गाए। हुण अगों सतगुरु सच्चे पातशाह महाराज जी चौथी लाइन दे विच हुक्म करते हैं, इक ना हुक्मी बख्शीस, इक ना हुक्मी बख्शीस। जिहड़े जुड़ के रहिंदे हन, अरदासां बेनतियां करते रहंदे हन, मालिक किरपा करो, सानू सिद्धे सिद्धे राह ते तोरो, साध संगत बख्शो, साडा मन साधिया जावे, साडा मन साध बन जावे, साडा मन निर्मल कर्म करन लग पवे। साध नाम निर्मलता के कर्म। साध नाम किहदा है? जो निर्मल कर्म करता है। ते सतगुरु ਉਹ जो हुक्म करन वाले ਹਨ, जिन्हां दी निगाह सारिਆਂ ते है, ਉਹ बख्शीश कर दिंदे ਹਨ, किरपा कर दिंदे ਹਨ। इक ना हुक्मी बख्शीस, इक ना हुक्मी बख्शीस। जदों बख्शिश कर देंदे हन, फिर बंदा गुरबाणी पढ़ता है, गुरु घर सेवा करता है, चदरां झाड़दा है, नाम जपदा है। जो जो सेवा मिलती है वो करता है, क्योंकि सेवा नाल मन नीवा रहिंदा है, मत उच्ची हो जाती है। पर यह बख्शिश होवे सतगुरां दी, अकाल पुरख जी दी। वो जो हुक्म कर रहे हैं, अपने हुक्म दे नाल सारी दुनिया नूं चला रहे हैं। उन्हां दा हुक्म जिहड़ा है पूरे संसार दे विच हर पासे वरत रहा है, सारियां जीआं दे उपर वरत रहा है। वो बख्शिश कर देंदे हन, फिर बंदा नाम जपदा है, सेवा करता है। ते जे गुरु नाल ना जुड़े ते फिर भमदा फिरदा है। एक हुक्मी सदा पवाई है, ये भी मालिक दी खेड है। मन दे पिछे लग के हुक्म ना मनन करके, हुक्म ना मन्ने बहुत दुख पाई, फिर भमदा है। जिवें कुम्हार दा चक गेड़े कढ़दा है, तेल जिथे निकलदा है, जिवें कोलू घुमदा रहिंदा है, तिवें जन्म मरण दे गेड़े विच पिया रहिंदा है।
ਕਦੀ ਕੋਈ ਜਨਮ, ਕਦੀ ਕੋਈ ਜਨਮ, ਕਦੀ ਕੋਈ ਜਨਮ ਜੰਮਦਾ ਮਰਦਾ ਰਹਿੰਦਾ ਹੈ। ਸਤਿਗੁਰੂ ਜੀ ਸਮਝਾਉਂਦੇ ਹਨ, ਗੁਰੂ ਦੇ ਲੜ ਲੱਗੋ, ਗੁਰੂ ਦਾ ਹੁਕਮ ਮੰਨੋ। ਗੁਰ ਕਾ ਕਹਿਆ ਚਿੱਤ ਧਰੈ, ਆਪਣੇ ਚਿੱਤ ਵਿੱਚ ਗੁਰੂ ਦਾ ਬਚਨ, ਗੁਰਬਾਣੀ ਦਾ ਬਚਨ ਰੱਖ ਲਵੋ। ਨਹੀਂ ਤਾਂ ਇੱਕ ਹੁਕਮੀ ਸਦਾ ਪਵਾਈਐ ਹੈ। ਇਹ ਵੀ ਰਚਨਾ ਉਸ ਮਾਲਕ ਦੀ ਹੈ ਜਿਹੜੀ ਰਚਨਾ ਦੇ ਵਿੱਚ ਜੀਵ ਭੰਮਦੇ ਫਿਰਦੇ ਹਨ, ਦੁੱਖ ਪਾਉਂਦੇ ਫਿਰਦੇ ਹਨ। ਕਾਰਨ ਕੀ ਹੈ? ਅਕਾਲ ਪੁਰਖ ਜੀ ਨੂੰ ਵਿਸਾਰ ਦਿੰਦੇ ਹਨ, ਭੁਲਾ ਦਿੰਦੇ ਹਨ। ਸਭ ਜਗ੍ਹਾ ਮਰਜ਼ੀ ਮਾਲਕ ਦੀ ਚੱਲਦੀ ਹੈ, ਅਕਾਲ ਪੁਰਖ ਜੀ ਦੀ ਚੱਲਦੀ ਹੈ। ਇੱਕ ਹੁਕਮੀ ਸਦਾ ਭਵਾਈਐ ਹੈ। ਭੰਮਦੇ ਰਹਿੰਦੇ ਹਨ, ਭੰਮਦਿਆਂ ਭਵਦਿਆਂ ਹੀ ਜਾਨ ਨਿਕਲ ਜਾਂਦੀ ਹੈ। ਜੰਮਣ ਮਰਨ ਦਾ ਗੇੜ ਪਿਆ ਰਹਿੰਦਾ ਹੈ। ਸਤਿਗੁਰੂ ਜੀ ਹੁਕਮ ਕਰਦੇ ਹਨ, ਮਾਲਕ ਦੇ ਹੁਕਮ ਦੇ ਵਿੱਚ ਆ ਜਾਓ, ਆਗਿਆ ਵਿੱਚ ਆ ਜਾਓ। ਅੱਗੋਂ ਸਤਿਗੁਰਾਂ ਨੇ ਹੁਕਮ ਕੀਤਾ ਹੈ ਅਗਲੀ ਲਾਈਨ ਦੇ ਵਿੱਚ। ਐਵੇਂ ਬੰਦੇ ਨੂੰ ਭੁਲੇਖਾ ਹੈ ਕਿ ਮੇਰੀਆਂ ਮਰਜ਼ੀਆਂ ਚੱਲਦੀਆਂ ਹਨ, ਮੈਨੂੰ ਪੁੱਛਣ ਵਾਲਾ ਕੋਈ ਨਹੀਂ। ਪ੍ਰਭ ਸੰਸਾਰ ਉਪਾਏ ਕੈ, ਪ੍ਰਭ ਸੰਸਾਰ ਉਪਾਏ ਕੈ ਵਸ ਆਪਣੇ ਕੀਤਾ। ਇਹ ਜਿੰਨੀ ਦੁਨੀਆ ਮਾਲਕ ਨੇ ਬਣਾਈ ਹੈ, ਇਹ ਬਣਾ ਕੇ ਮਾਲਕ ਨੇ ਆਪਣੇ ਹੱਥ ਵਿੱਚ ਵਸ ਵਿੱਚ ਰੱਖਿਆ ਹੋਇਆ ਹੈ ਸਭ ਨੂੰ। ਇੱਕ ਮਾਨਸ ਬੰਦਾ ਜਿਹੜਾ ਹਿਊਮਨ ਬੋਡੀ ਹੈ, ਉਹ ਭੁਲੇਖਾ ਖਾ ਜਾਂਦੀ ਹੈ ਮੈਨੂੰ ਪੁੱਛਣ ਵਾਲਾ ਕੋਈ ਨਹੀਂ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਹੁਕਮ ਕਰਦੇ ਹਨ, ਉਹ ਭਲਿਆ ਲੋਕਾ ਗੁਰਬਾਣੀ ਸੁਣਿਆ ਕਰ। ਹੁਕਮੈ ਅੰਦਰ ਸਭ ਕੋ, ਹੁਕਮੈ ਅੰਦਰ ਸਭ ਕੋ। ਜੋ ਵੀ ਦੁਨੀਆ ਤੇ ਦਿਸ ਰਿਹਾ ਹੈ, ਭਾਵੇਂ ਦਰਖਤ ਹਨ, ਭਾਵੇਂ ਪੱਤੇ ਹਨ, ਭਾਵੇਂ ਮਾਨਸ ਹਨ, ਭਾਵੇਂ 84 ਲੱਖ ਜੂਨ ਹੈ, ਜੀਆ ਜੰਤ ਹਨ, ਜੋ ਵੀ ਪਸਾਰਾ ਪਸਰਿਆ ਹੋਇਆ ਹੈ, ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕ ਓੰਕਾਰ। ਇਹ ਪਸਾਰਾ ਸਾਰਾ ਹੁਕਮ ਦੇ ਵਿੱਚ ਹੈ, ਆਗਿਆ ਦੇ ਵਿੱਚ ਹੈ, ਆਰਡਰ ਦੇ ਵਿੱਚ ਹੈ। ਕਿਹਦੇ ਹੁਕਮ ਦੇ ਵਿੱਚ ਹੈ? ਅਕਾਲ ਪੁਰਖ ਜੀ ਜੋ ਹੁਕਮੀ ਹਨ। ਹੁਕਮੈ ਅੰਦਰ ਸਭ ਕੋ, ਹੁਕਮੈ ਅੰਦਰ ਸਭ ਕੋ। ਐ ਬੰਦੇ ਤੂੰ ਕੀ ਚੀਜ਼ ਹੈ? ਵੱਡੇ ਵੱਡੇ ਪਹਾੜ, ਸੂਰਜ, ਚੰਦਰਮਾ, ਰਾਤ ਦਿਨ, ਵੱਡੇ ਵੱਡੇ ਸਾਗਰ ਦਰਿਆ, ਮੀਂਹ ਕਣੀ, ਬੱਦਲ, ਕਿੰਨੇ ਕਿੰਨੇ ਨਾਮ ਲਵਾਂ, ਸਾਰੇ ਉਹਦੇ ਹੁਕਮ ਦੇ ਵਿੱਚ ਹਨ, ਆਰਡਰ ਦੇ ਵਿੱਚ ਹਨ। ਧਰਤੀ ਵੀ ਪੁੱਠੀ ਸਿੱਧੀ ਹੋ ਜਾਂਦੀ ਹੈ, ਮਾਲਕ ਦੇ ਹੁਕਮ ਦੇ ਵਿੱਚ ਹੈ। ਧਰਤੀ ਤੇ ਆਕਾਸ਼ ਚੜਾਵੇ, ਚੜ੍ਹਿਆ ਆਕਾਸ਼ ਗਿਰਾਵੇ। ਹੁਕਮੈ ਅੰਦਰ ਸਭ ਕੋ। ਪਹਿਲੇ ਪਾਤਸ਼ਾਹ ਜੀ ਹੁਕਮ ਕਰਦੇ ਹਨ, ਜਦ ਇੰਨੀਆਂ ਵੱਡੀਆਂ ਵੱਡੀਆਂ ਚੀਜ਼ਾਂ ਹੁਕਮ ਦੇ ਵਿੱਚ ਹਨ, ਬੰਦਿਆ ਤੂੰ ਤੇ ਕੁਝ ਵੀ ਨਹੀਂ। ਹੁਕਮ ਦੇ ਵਿੱਚ ਆ ਜਾ, ਆ ਜਾ, ਆ ਜਾ, ਆ ਜਾ, ਹੁਕਮ ਦੇ ਵਿੱਚ ਆ ਜਾ ਜੇ ਸੁੱਖ ਲੈਣਾ ਹੈ। ਤੈਨੂੰ ਪਤਾ ਹੋਣਾ ਚਾਹੀਦਾ ਹੈ, ਬਾਹਰ ਹੁਕਮ ਨ ਕੋਏ, ਬਾਹਰ ਹੁਕਮ ਨ ਕੋਏ। ਕੋਈ ਵੀ ਹੁਕਮ ਤੋਂ ਬਾਹਰ ਨਹੀਂ। ਤੂੰ ਕਿਉਂ ਹੁਕਮ ਤੋਂ ਬਾਹਰ ਤੁਰਿਆ ਫਿਰਦਾ ਹੈ? ਜੋ ਮਾਨਸ ਜਨਮ ਮਿਲਿਆ ਹੈ, ਸੋਹਣੇ ਢੰਗ ਦੇ ਨਾਲ ਉਸ ਨੂੰ ਬਤੀਤ ਕਰ, ਆਗਿਆ ਵਿੱਚ ਰਹਿ ਕੇ, ਹੁਕਮ ਵਿੱਚ ਰਹਿ ਕੇ। ਜੋ ਮਾਨਸ ਜਨਮ ਦੇ ਨਿਯਮ ਹਨ, ਢੰਗ ਹਨ ਜਿਉਣ ਦੇ, ਉਸ ਅਨੁਸਾਰ ਤੂੰ ਜਿਉਣਾ ਕਰ। ਡਰ ਰੱਖ ਹੁਕਮੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਨ ਵਿੱਚ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨ ਕੋਏ। ਇਹ ਗੱਲ ਪੱਲੇ ਬੰਨ ਲੈ, ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ। ਸਭ ਅਕਾਲ ਪੁਰਖ ਜੀ ਦੇ ਹੁਕਮ ਦੇ ਵਿੱਚ ਹਨ।
ਨਾਨਕ ਹੁਕਮੈ ਜੇ ਬੁੱਝੈ। ਦੂਜੀ ਪੌੜੀ ਦੇ ਅਖੀਰ ਵਿੱਚ ਸਾਨੂੰ ਸਮਝਾਉਂਦੇ ਹਨ, ਮਾਨਸ ਨੂੰ, ਬੰਦੇ ਨੂੰ, ਜੋ ਵੀ ਹਿਊਮਨ ਬੋਡੀ ਜਿਹਦੇ ਕੋਲ ਵੀ ਹੈ, ਮਾਨਸ ਜਨਮ ਦਿਓ ਜਿਹੇ ਠਾਕੁਰ ਸੋ ਤੈਂ ਕਿਉਂ ਬਿਸਰਾਇਓ। ਸਾਰਿਆਂ ਨੂੰ ਹੁਕਮ ਹੈ। ਨਾਨਕ ਹੁਕਮੈ ਜੇ ਬੁੱਝੈ। ਬਸ ਐਨੀ ਗੱਲ ਸਮਝ ਆ ਜਾਵੇ, ਆ ਮੇਰਾ ਹੈ, ਉਹ ਮੇਰਾ ਹੈ, ਪੁੱਤਰ ਮੇਰੇ, ਧੀਆਂ ਮੇਰੀਆਂ, ਜਾਇਦਾਦਾਂ ਮੇਰੀਆਂ, ਧਨ ਦੌਲਤ ਮੇਰਾ, ਆ ਸੰਪਤੀ ਮੇਰੀ, ਸੋਨਾ ਚਾਂਦੀ ਹੀਰੇ ਮੋਤੀ ਲਾਲ ਜਵਾਹਰ, ਇਹ ਸਭ ਮੇਰੇ, ਇਹ ਕਹਿਣਾ ਛੱਡ ਦਿੰਦਾ ਹੈ। ਜਦੋਂ ਹੁਕਮ ਦੀ ਸਮਝ ਪੈ ਜਾਵੇ ਫਿਰ ਆਖਦਾ ਹੈ ਕਬੀਰ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਜੇ ਹੁਕਮ ਨੂੰ ਬੁੱਝ ਲਵੇ, ਅੰਡਰਸਟੈਂਡ ਕਰ ਲਵੇ, ਸਮਝ ਲਵੇ, ਤੇ ਸਮਝਾਵੇਗਾ ਕੌਣ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੁਰਬਾਣੀ, ਜੋ ਸਾਡੀ ਗੁਰੂ ਹੈ, ਤੇ ਗੁਰੂ ਹਮੇਸ਼ਾ ਸਮਝਾਉਂਦੇ ਹਨ। ਨਾਨਕ ਹੁਕਮੈ ਜੇ ਬੁੱਝੈ। ਤਾਂ ਹਉਮੈ ਕਹੈ ਨ ਕੋਇ, ਹਉਮੈ ਚਲੀ ਜਾਂਦੀ ਹੈ। ਹੁਕਮ ਨ ਕਹਿਆ ਜਾਈ, ਹੁਕਮ ਨ ਕਹਿਆ ਜਾਈ, ਹੁਕਮੀ ਹੋਵਨ ਆਕਾਰ, ਹੁਕਮੀ ਹੋਵਨ ਆਕਾਰ। ਹੁਕਮ ਨ ਕਹਿਆ ਜਾਈ, ਹੁਕਮ ਨ ਕਹਿਆ ਜਾਈ, ਹੁਕਮ ਨ ਕਹਿਆ ਜਾਈ, ਹੁਕਮ ਨ ਕਹਿਆ ਜਾਈ। ਗੁਰੂ ਪਿਆਰਿਓ, ਜੇ ਭਾਗਾਂ ਵਿੱਚ ਹੋਇਆ, ਇਹ ਦੂਜੀ ਪੌੜੀ ਸੀ। ਹੁਕਮੀ ਹੋਵਨ ਆਕਾਰ, ਹੁਕਮ ਨ ਕਹਿਆ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ। ਇਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਪਵਾਈ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹਿ ਨ ਕੋਏ। ਦਾਸ ਦਿਲਬਾਗ ਸਿੰਘ ਪਾਸੋਂ ਗੁਰਬਾਣੀ ਵਿਚਾਰ ਲੀਡਸ ਯੂਕੇ ਤੋਂ ਇਹ ਕੀਰਤਨ ਕਰਦਿਆਂ, ਵਿਆਖਿਆ ਕਰਦਿਆਂ ਬੜੀਆਂ ਭੁੱਲਾਂ ਹੋ ਗਈਆਂ ਹਨ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਖਿਮਾ ਕਰ ਦਿਓ, ਬਖਸ਼ ਦਿਓ, ਬਖਸ਼ ਦਿਓ, ਬਖਸ਼ ਦਿਓ। ਸੰਗਤ ਗੁਰੂ ਦਾ ਰੂਪ ਹੈ। ਆਪ ਸਾਧ ਸੰਗਤ ਵੀ ਦਾਸ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ। ਅੱਗੋਂ ਜੇ ਸਤਿਗੁਰੂ ਜੀ ਕਿਰਪਾ ਕਰਨਗੇ ਤਾਂ ਤੀਸਰੀ ਪੌੜੀ ਇਸੇ ਪ੍ਰਕਾਰ ਵਿਦ ਕੀਰਤਨ ਪੜ੍ਹਾਂਗੇ, ਥੋੜ੍ਹਾ ਥੋੜ੍ਹਾ ਕਰਕੇ। ਜੇ ਭਾਗਾਂ ਵਿੱਚ ਹੋਇਆ ਤੇ ਇਹ ਪੌੜੀਆਂ ਦਾਸ ਪੜ੍ਹਦਾ ਜਾਵੇਗਾ। ਆਪ ਵੀ ਸਾਥ ਦਿਆ ਕਰੋ, ਗੁਰਬਾਣੀ ਨਾਲ ਪਿਆਰ ਕਰਿਆ ਕਰੋ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸੱਚੀ ਬਾਣੀ ਤੋਂ ਬਿਨਾਂ ਪਿਆਰਿਓ ਕਿਧਰੇ ਵੀ ਸੱਚ ਨਹੀਂ ਲੱਭਦਾ। ਜਿੰਨਾ ਗੁਰਬਾਣੀ ਨਾਲ ਪਿਆਰ ਕਰਾਂਗੇ, ਸਾਡੀ ਜ਼ਬਾਨ ਸੱਚ ਬੋਲਣ ਲੱਗ ਪਵੇਗੀ, ਸਾਡੇ ਕੰਨ ਸੱਚ ਸੁਣਨ ਲੱਗ ਪੈਣਗੇ, ਸਾਡੀਆਂ ਅੱਖਾਂ ਸੱਚ ਵੱਲ ਤੱਕਣ ਲੱਗ ਪੈਣਗੀਆਂ, ਸਾਡੇ ਹੱਥ ਸੱਚੇ ਸੁੱਚੇ ਕਰਮ ਕਰਨ ਲੱਗ ਪੈਣਗੇ, ਸਾਡੇ ਪੈਰ ਗੁਰੂ ਘਰ ਵੱਲ ਚੰਗੇ ਰਾਹਾਂ 'ਤੇ ਚੱਲਣ ਲੱਗ ਪੈਣਗੇ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।